ਦੁਨਿਆਵੀ ਸ਼ਿੰਗਾਰਾਂ ਦੇ ਨਾਲ ਇਹ ਪਤੀ ਪਤਨੀ ਦਾ ਰਿਸ਼ਤਾ, ਇਸਤਰੀ ਪੁਰਸ਼ ਦਾ ਰਿਸ਼ਤਾ ਨਿਭ ਨਹੀਂ ਸਕਦਾ। ਸਾਹਿਬ ਕਹਿੰਦੇ ਨੇ ਇਸ ਰਿਸ਼ਤੇ ਨੂੰ ਸੰਭਾਲਣ ਦੇ ਲਈ ਪ੍ਰੇਮ ਦੇ ਸ਼ਿੰਗਾਰ ਦੀ ਜ਼ਰੂਰਤ ਹੈ। ਹੋਰ ਦੁਨੀਆਵੀ ਅਡੰਬਰ ਬਹੁਤ ਹੋਵਨ, ਪਰ ਪ੍ਰੇਮ ਨਾ ਹੋਵੇ ਤੇ ਉਹ ਗਹਿਣੇ, ਉਹ ਹਾਰ, ਉਹ ਸ਼ਿੰਗਾਰ, ਉਹ ਮਹਿਲ, ਉਹ ਮਾੜੀਆਂ ਕਿਸੇ ਕੰਮ ਦੀਆਂ ਨਹੀਂ। ਤੇ ਜੇਕਰ ਪ੍ਰੇਮ ਮੌਜੂਦ ਹੈ ਤੇ ਉਸ ਵਿੱਚ ਬੇਸ਼ੱਕ ਕੁਛ ਵੀ ਨਾ ਹੋਵੇ। ਉਹ ਕੱਖਾਂ ਦੀ ਕੁੱਲੀ ਵੀ ਮਹਿਲਾਂ ਵਰਗੀ ਹੈ। ਉਹ ਰੁੱਖਾ ਸੁੱਖਾ ਭੋਜਨ ਵੀ 36 ਪ੍ਰਕਾਰ ਦੇ ਭੋਗਾਂ ਦੇ ਵਾਂਗੂ ਹੈ। ਸਾਹਿਬ ਕਹਿੰਦੇ ਨੇ ਰੂਖੋ ਭੋਜਨ ਭੂਮ ਸੈਨ, ਸਖੀ ਪ੍ਰਿਆ ਸੰਗ ਸੂਖ ਬਿਹਾਤ। ਬੇਸ਼ੱਕ ਭੋਜਨ ਰੁੱਖਾ ਸੁੱਖਾ ਹੈ, ਬੇਸ਼ੱਕ ਜ਼ਮੀਨ ਤੇ ਸੋਣਾ ਪੈ ਰਿਹਾ ਹੈ, ਪਰ ਜੇਕਰ ਉਹ ਪਿਆਰਾ ਮੇਰੇ ਨਾਲ ਹੈ ਤੇ ਉਸ ਦੇ ਸੁੱਖ ਵਰਗੀ ਰੀਸ ਕਿਤੇ ਕੀਤੀ ਨਹੀਂ ਜਾ ਸਕਦੀ। ਵੈਸਾ ਸੁੱਖ ਕਿਤੇ ਮਿਲ ਨਹੀਂ ਸਕਦਾ ਜੋ ਆਪਣੇ ਪਿਆਰੇ ਪ੍ਰੀਤਮ ਦੇ ਨਾਲ ਰਹਿ ਕੇ ਮਿਲਦਾ ਹੋਵੇ। ਗੁਰਦੇਵ ਕਹਿੰਦੇ ਨੇ ਇਸ ਰਿਸ਼ਤੇ ਨੂੰ ਪਿਆਰ ਨਾਲ ਸਜਾਇਆ ਜਾਏ। ਇਹ ਜਿਤਨੇ ਰਿਸ਼ਤੇ ਅੱਜ ਕੱਲ੍ਹ ਟੁੱਟ ਰਹੇ ਨੇ, ਉਹਨਾਂ ਦੇ ਟੁੱਟਣ ਦੀ ਵਜ੍ਹਾ ਹੈ ਕਿ ਆਪਸੀ ਪਿਆਰ ਖੋ ਗਿਆ ਹੈ, ਆਪਸੀ ਸਾਂਝ ਖੋ ਗਈ ਹੈ। ਬਾਹਰਲੇ ਸ਼ਿੰਗਾਰ ਵੱਧਦੇ ਜਾ ਰਹੇ ਨੇ, ਮਨ ਵਾਲੇ ਸ਼ਿੰਗਾਰ ਟੁੱਟਦੇ ਜਾ ਰਹੇ ਨੇ। ਉਹ ਆਪਸੀ ਸਮਝ ਦਾ ਸ਼ਿੰਗਾਰ, ਉਹ ਇੱਕ ਦੂਸਰੇ ਦੀ ਭਾਵਨਾ ਦਾ ਸਤਿਕਾਰ, ਉਹ ਇੱਕ ਦੂਸਰੇ ਦੇ ਲਈ ਦਿਲ ਵਿੱਚ ਪਿਆਰ, ਉਹ ਸ਼ਿੰਗਾਰ ਤੇ ਪਿੱਛੇ ਚਲੇ ਗਏ ਨੇ। ਦੁਨੀਆਵੀ ਲੱਖ ਮੇਕਅਪ ਹੋਵਣ, ਬਾਹਰਲੇ ਸ਼ਿੰਗਾਰ ਲੱਖਾਂ ਤਰ੍ਹਾਂ ਦੇ ਹੋਵਣ, ਉਹ ਪਿਆਰ ਨੂੰ ਨਹੀਂ ਜਗਾ ਸਕਦੇ। ਕਿਸੇ ਦੇ ਦਿਲ ਵਿੱਚ ਪਿਆਰ ਜਗਾਉਣ ਦੇ ਲਈ ਜ਼ਰੂਰੀ ਹੈ ਕਿ ਆਪਣੇ ਮਨ ਅੰਦਰ ਵੀ ਪ੍ਰੇਮ ਮੌਜੂਦ ਹੋਵੇ। ਜੇਕਰ ਇੱਕ ਪਾਸੇ ਪਿਆਰ ਨਹੀਂ ਹੈ ਤੇ ਦੂਸਰੇ ਪਾਸੇ ਵੀ ਨਹੀਂ ਹੋਵੇਗਾ। ਦੋਨਾਂ ਨੂੰ ਚਾਹੀਦਾ ਹੈ ਕਿ ਉਹ ਪ੍ਰੇਮ ਵਾਲਾ ਸ਼ਿੰਗਾਰ ਹੋਵੇ। ਇੱਥੇ ਇੱਕ ਦੀ ਗੱਲ ਨਹੀਂ ਹੈ, ਨਾ ਨਾਰੀ ਦੀ ਨਾ ਇਕੱਲੇ ਪੁਰਖ ਦੀ, ਇੱਥੇ ਦੋਵਾਂ ਦੀ ਗੱਲ ਹੈ। ਸਾਹਿਬ ਕਹਿੰਦੇ ਨੇ ਨਾਰੀ ਪੁਰਖ ਪਿਆਰ, ਇਹਨਾਂ ਦੋਵਾਂ ਦਾ ਪ੍ਰੇਮ ਪਿਆਰ ਤਾਂ ਹੀ ਟਿਕ ਸਕਦਾ ਹੈ ਜੇ ਵਿੱਚ ਪ੍ਰੇਮ ਦਾ ਸ਼ਿੰਗਾਰ ਹੋਵੇ। ਸਾਹਿਬ ਅੱਗੇ ਕਹਿੰਦੇ ਨੇ ਕਰਨ ਭਗਤ ਦਿਨ ਰਾਤ, ਨਾ ਰਹਿਣੀ ਵਾਰੀਆ। ਉਸ ਦੀ ਭਗਤੀ ਕਰਦੀਆਂ ਨੇ, ਉਸ ਦੇ ਨਾਲ ਰਹਿਣਾ ਚਾਹੁੰਦੀਆਂ ਨੇ, ਉਸ ਤੋਂ ਬਿਨਾਂ ਰਹਿ ਨਹੀਂ ਸਕਦੀਆਂ। ਵਾਰੀਆਂ ਬਹੁਤ ਰੋਕਿਆ ਉਸ ਨੂੰ, ਪਰ ਨਹੀਂ ਰੁਕਦਾ ਹੁਣ ਮਨ। ਜਿੱਥੇ ਪਿਆਰ ਨਹੀਂ ਹੈ ਉੱਥੇ ਲੋਕ ਇੱਕ ਦੂਸਰੇ ਤੋਂ ਬਿਨਾਂ ਕਈ ਸਾਲ ਗੁਜ਼ਾਰ ਲੈਂਦੇ ਨੇ, ਇੱਕ ਦੂਸਰੇ ਨੂੰ ਦੇਖੇ ਬਿਨਾਂ ਰਹਿ ਸਕਦੇ ਨੇ। ਤੇ ਜਿੱਥੇ ਪਿਆਰ ਹੈ ਉੱਥੇ ਤੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹੁਣ ਕਦ ਮਿਲੀ ਹੈ ਪ੍ਰਿਆ ਤੁਧ ਭਗਵੰਤਾ, ਉੱਥੇ ਹਰ ਘੜੀ ਦੇਖਦੇ ਰਹਿੰਦੇ ਨੇ ਕਦ ਵੇਲਾ ਆਵੇ, ਕਦ ਮੈਂ ਆਪਣੇ ਸੱਜਣ ਨੂੰ ਮਿਲਾਂ, ਕਦ ਮੈਂ ਉਸ ਦਾ ਦੀਦਾਰ ਕਰਾਂ। ਇਹ ਪ੍ਰੇਮ ਕਰਕੇ ਹੀ ਮੁਮਕਿਨ ਹੈ। ਜਿੱਥੇ ਪ੍ਰੇਮ ਨਾ ਹੋਵੇ ਉੱਥੇ ਰਿਸ਼ਤਾ ਨਿਭ ਨਹੀਂ ਸਕਦਾ। ਸਾਹਿਬ ਕਹਿੰਦੇ ਨੇ ਕਰਨ ਭਗਤ ਦਿਨ ਰਾਤ। ਇੱਕ ਹੈ ਸ਼ਰਧਾ, ਇੱਕ ਪ੍ਰੇਮ, ਫਿਰ ਹੈ ਭਾਵਨਾ। ਸ਼ਰਧਾ ਜ਼ਰਾ ਜੀ ਟੋਟ ਚੋਟ ਨਾਲ ਟੁੱਟ ਜਾਂਦੀ ਹੈ, ਪ੍ਰੇਮ ਤੁਹਾਨੂੰ ਬਰਾਬਰੀ ਤੇ ਲੈ ਆਉਂਦਾ, ਅਤੇ ਭਾਵਨਾ ਆਪਣੇ ਪ੍ਰੀਤਮ ਨੂੰ ਆਪਣੇ ਤੋਂ ਬਹੁਤ ਉੱਚੀ ਜਗ੍ਹਾ ਤੇ ਬਿਠਾ ਦਿੰਦੀ ਹੈ।
ਤੇ ਗੁਰੂ ਪਿਆਰਿਓ, ਭਾਵਨਾ ਕੇਵਲ ਭਗਵਾਨ ਲਈ ਬਣ ਸਕਦੀ ਹੈ। ਕਿਸੇ ਵੀ ਬੰਦੇ ਲਈ ਬਣੀ ਹੋਈ ਭਾਵਨਾ ਬੜੀ ਛੇਤੀ ਟੁੱਟ ਜਾਏਗੀ, ਕਿਉਂਕਿ ਭਾਵਨਾ ਨਹੀਂ ਹੋਵੇਗੀ। ਸ਼ਰਧਾ ਪੈਦਾ ਹੋ ਸਕਦੀ ਹੈ ਕਿਸੇ ਸੰਤ ਲਈ, ਕਿਸੇ ਭਗਤ ਲਈ, ਕਿਸੇ ਤੀਰਥ ਇਸ਼ਨਾਨ ਲਈ ਸ਼ਰਧਾ ਪੈਦਾ ਹੋ ਸਕਦੀ ਹੈ। ਪਿਆਰ ਕਿਸੇ ਮਨੁੱਖ ਲਈ ਪੈਦਾ ਹੋ ਸਕਦਾ ਹੈ। ਸ਼ਰਧਾ ਵਿੱਚ ਜਿਸ ਪ੍ਰਤੀ ਤੁਹਾਡੀ ਸ਼ਰਧਾ ਹੈ ਉਹ ਤੁਹਾਡੇ ਤੋਂ ਉੱਚਾ ਰਹੇਗਾ। ਪ੍ਰੇਮ ਵਿੱਚ ਦੋਨੇ ਬਰਾਬਰ ਦੇ ਤਲ ਤੇ ਹੋ, ਅਤੇ ਭਾਵਨਾ ਵਿੱਚ ਕੇਵਲ ਇੱਕ ਹੀ ਰਹਿ ਜਾਂਦਾ ਹੈ, ਉੱਥੇ ਦੋ ਹੁੰਦੇ ਹੀ ਨਹੀਂ। ਬਹੁਤ ਲੋਕ ਐਸੇ ਨੇ ਜੋ ਜਿਉਂਦੇ ਜੀ ਕਿਸੇ ਨੂੰ ਰੱਬ ਬਣਾ ਦਿੰਦੇ ਨੇ, ਜੀ ਉਹ ਤੇ ਰੱਬ ਵਰਗਾ ਹੀ ਹੈ, ਮੇਰੇ ਲਈ ਤੇ ਉਹ ਰੱਬ ਵਰਗੀ ਅਹਿਮੀਅਤ ਰੱਖਦਾ ਹੈ। ਤੇ ਪਤਾ ਨਹੀਂ ਕਿਉਂ 2-4 ਦਿਨ ਬਾਅਦ ਇਹੋ ਜਿਹਾ ਰੱਬ ਬਦਲ ਜਾਂਦਾ ਹੈ। ਬਹੁਤ ਸਾਰੇ ਨੇ ਐਸੇ ਲੋਕ। ਅਕਸਰ 2-4 ਦਿਨ ਦਾ ਪਿਆਰ ਹੋਵੇ ਦੁਨੀਆਵੀ, ਜਿਸ ਨੂੰ ਪਿਆਰ ਕਰਦੇ ਨੇ ਉਸ ਨੂੰ ਰੱਬ ਬਣਾ ਦਿੰਦੇ ਨੇ ਕਿ ਤੂੰ ਮੇਰਾ ਖੁਦਾ ਹੈ, ਤੂੰ ਮੇਰਾ ਭਗਵਾਨ ਹੈ, ਤੂੰ ਮੇਰੇ ਲਈ ਸਭ ਕੁਝ ਹੈ। ਇੱਧਰ ਜ਼ਰਾ ਜੇ ਅਵਗੁਣ ਪਤਾ ਲੱਗੇ ਨਹੀਂ ਤੇ ਰੱਬ ਬਦਲ ਜਾਂਦਾ ਹੈ। ਰੱਬ ਵਿੱਚ ਅਵਗੁਣ ਨਜ਼ਰ ਆਉਣ ਲੱਗ ਪੈਂਦੇ ਨੇ। ਜੇਕਰ ਕਿਸੇ ਨੂੰ ਰੱਬ ਆਖੇ ਤੇ ਉਸ ਵਿੱਚ ਅਵਗੁਣ ਹੋ ਨਹੀਂ ਸਕਦੇ, ਕਿਉਂਕਿ ਸਾਰੇ ਅਵਗੁਣ ਮੇਰੇ ਵਿੱਚ ਨੇ। तू ते गुणा का भंडार है। कभी किसी को भगवान ना बनाना, इंसान को इंसान ही रहने दो। कभी किसी को भगवान ना बनाना, इंसान को इंसान ही रहने दो। वो उस जैसा बस अकेला ही है, वो उस जैसा बस अकेला ही है, उसकी जगह किसी और को ना दो। बंदियां दी गिनती नहीं है इत्थे, ते रब तुसी इतने सारे बनाई बैठे हो। गालिब ते कहंदे ने उस वर्गा कोई है ही नहीं दूसरा। घर बुई की दुई की बुई भी होती तो कहीं 2-4 होते। खुदा अपने वर्गा एक ही है। लोग अनेका खुदा बना देंदे ने, जिस ते उत्ते जरा जा प्यार आया उसनों खुदा बना देंदे ने, उसनों रब बना देंदे ने। ते जेकर रब इस तरह बदलिया जाता होवे, साहिब कहते ने गुण एहो और ना ही कोई, ना को होआ ना को होए। भगती भावना केवल उस रब के प्रति बन सकती है। मनुख के प्रति थोड़ा बहुता प्यार जाग सकता है, थोड़ी बहुती श्रद्धा किसी के प्रति पैदा हो सकती है, पर भगती भावना केवल उस रब प्रति बन सकती है। साहिब कहते ने करन भगत दिन रात ना रहनी वारिया। जिन्होंने भगती का स्वाद आया है हुण रह नहीं सकते। प्यार तो बिना मनुख दावे करता है कि वह रह नहीं सकता। इश्क तो आखिर इश्क है, 2-4 भी हो सकते हैं। उदा की है, एक आया ते चलिया गया, दूसरा उसकी जगह लैन नूं तैयार है। हुण एक ते दिल आया, कल किसी होर ते भी आ सकता है, पर रब सिर्फ एक ही है, उसकी जगह कोई होर नहीं लै सकता। भगती केवल उस परमात्मा की हो सकती है जिन्होंने उस भगती वाला स्वाद आया है। सब कहते ने फिर उस तो बिना वो रह नहीं सकते। गुरदेव कहते ने महला मंज निवास शब्द संवारिया। वो महलों दे विच वास करदियां ने जिन्होंने शब्द ने संवार दिता है। महल ए वाले नहीं, ये महल तो टुट जाएंगे, दूसरे बन जाएंगे। इत्थे महल तो अर्थ भी परमात्मा है। जिस तरह एक वड्डा घर है, दुनियावी तौर पर असी घर विच रहने हाँ, पर वो घर विच जिस विच सारी दुनिया आ जाए उसनों महल आखदे ने। वो परमात्मा वर्गा महल उन्होंने ही मिलता है जिन्होंने शब्द संवारदा है।
ਸ਼ਬਦ ਨਾਲ ਜੁੜ ਕੇ ਉਸ ਪਰਮਾਤਮਾ ਤੱਕ ਪਹੁੰਚਿਆ ਜਾ ਸਕਦਾ ਹੈ। ਸਾਹਿਬ ਕਹਿੰਦੇ ਨੇ ਸੱਚ ਕਹਿਨ ਅਰਦਾਸ ਸੇ ਵਿਚਾਰੀਆਂ। ਭਗਤਾਂ ਦੀ ਇੱਕ ਬੜੀ ਖਾਸ ਗੱਲ ਹੈ, ਉਹ ਆਪਣੇ ਆਪ ਨੂੰ ਬੜਾ ਨਿਮਾਣਾ ਜਿਹਾ ਮਹਿਸੂਸ ਕਰਦੇ ਨੇ, ਬੜਾ ਵਿਚਾਰਾ ਜਿਹਾ ਮਹਿਸੂਸ ਕਰਦੇ ਨੇ, ਗਰੀਬੜਾ ਜਿਹਾ ਮਹਿਸੂਸ ਕਰਦੇ ਨੇ। ਬੇਸ਼ੱਕ ਦੋਵੇਂ ਜਹਾਨਾਂ ਦੀ ਬਾਦਸ਼ਾਹੀ ਉਹਨਾਂ ਦੇ ਹੱਥ ਉੱਤੇ ਹੋਵੇ, ਬੇਸ਼ੱਕ ਵੱਡੇ ਵੱਡੇ ਰਾਜੇ ਉਹਨਾਂ ਦੇ ਅੱਗੇ ਝੋਲੀ ਪਸਾਰਦੇ ਹੋਵਣ, ਪਰ ਉਹਨਾਂ ਦੇ ਅੰਦਰ ਕਦੀ ਮਾਣ ਨਹੀਂ ਆਉਂਦਾ। ਕਦੇ ਵੀ ਕਿਸੇ ਵੀ ਚੀਜ਼ ਨੂੰ ਉਹ ਦਿਖਾਣਾ ਨਹੀਂ ਚਾਹੁੰਦੇ, ਉਹ ਆਪਣੇ ਆਪ ਨੂੰ ਵਿਚਾਰਾ ਮਹਿਸੂਸ ਕਰਦੇ ਨੇ। ਕਿਉਂ? ਕਿਉਂਕਿ ਜੋ ਉਹਨਾਂ ਨੂੰ ਚਾਹੀਦਾ ਹੈ ਨਾ, ਉਹ ਉਹਨਾਂ ਦੇ ਕੋਲ ਨਹੀਂ ਹੈ। ਦੁਨੀਆਵੀ ਲੋਕਾਂ ਦੀ ਜਿਤਨੀਆਂ ਖਵਾਇਸ਼ਾਂ ਨੇ ਸਭ ਪੂਰੀਆਂ ਹੋ ਸਕਦੀਆਂ ਨੇ। ਧਨ ਚਾਹੀਦਾ ਹੈ ਮਿਲ ਸਕਦਾ ਹੈ, ਪਦ ਚਾਹੀਦਾ ਹੈ ਮਿਲ ਸਕਦਾ ਹੈ, ਦੌਲਤ ਚਾਹੀਦੀ ਹੈ, ਸ਼ੌਹਰਤ ਚਾਹੀਦੀ ਹੈ ਮਿਲ ਸਕਦੀ ਹੈ, ਪਰ ਭਗਤਾਂ ਨੂੰ ਤੇ ਰੱਬ ਚਾਹੀਦਾ ਹੈ। ਉਸ ਤੋਂ ਪਹਿਲਾਂ ਉਹ ਰੁਕ ਨਹੀਂ ਸਕਦੇ। ਉਹਨਾਂ ਨੂੰ ਉਸ ਰੱਬ ਦੇ ਅੱਗੇ ਸਾਰੀਆਂ ਦੌਲਤਾਂ ਫਿੱਕੀਆਂ ਲੱਗਦੀਆਂ ਨੇ, ਸਭ ਕੁਝ ਉਹਨਾਂ ਦੇ ਅੱਗੇ ਫਿੱਕਾ ਫਿੱਕਾ ਜਿਹਾ ਲੱਗਦਾ ਹੈ। ਉਹਨਾਂ ਦੀ ਗੱਲ ਰੱਬ ਤੋਂ ਪਹਿਲਾਂ ਖਤਮ ਨਹੀਂ ਹੋ ਸਕਦੀ। ਜਦੋਂ ਸਭ ਕੁਝ ਦੇਖਦੇ ਨੇ ਤੇ ਇਹ ਦੇਖਦੇ ਨੇ ਕਿ ਮੇਰੇ ਕੋਲ ਜੋ ਮੈਨੂੰ ਚਾਹੀਦਾ ਉਹ ਨਹੀਂ ਹੈ, ਫਿਰ ਆਪਣੇ ਆਪ ਨੂੰ ਵਿਚਾਰਾ ਜਿਹਾ ਮਹਿਸੂਸ ਕਰਦੇ ਨੇ। ਸੱਚ ਕਹਿਨ ਅਰਦਾਸ ਸੇ ਵਿਚਾਰੀਆ। ਉਹ ਇਤਨੇ ਨਿਮਾਣੇ, ਉਹ ਇਤਨੇ ਨਿਤਾਣੇ ਕਿ ਰੋਜ਼ ਰੋਜ਼ ਅਰਦਾਸ ਕਰਦੇ ਨੇ। ਅੱਡਣ ਸ਼ਾਹੀ ਸੰਤ ਬਾਬਾ ਰਾਮ ਕ੍ਰਿਸ਼ਨ ਜੀ ਮਹਾਰਾਜ ਆਪਣੀ ਕੁਟੀਆ ਵਿੱਚ ਰਹਿੰਦੇ ਸਨ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬੇਅੰਤ ਵਾਰੀ ਸਜਦੇ ਕਰਿਆ ਕਰਦੇ ਸਨ, ਬਹੁਤ ਵਾਰੀ। ਰਾਤ ਨੂੰ ਜਦ ਸੁਖਾਸਨ ਵੀ ਕਰਨਾ ਨਾ, ਸੰਗਤ ਨੇ ਨਾਲ ਜਾਣਾ, ਸੁਖਾਸਨ ਕਰਕੇ ਜਿਸ ਵੇਲੇ ਦਰਵਾਜ਼ੇ ਤੋਂ ਬਾਹਰ ਆਣਾ, ਫਿਰ ਦਰਵਾਜ਼ਾ ਖੋਲ ਲੈਣਾ, ਫਿਰ ਦਰਸ਼ਨ ਕਰਨੇ, ਬਾਹਰ ਆਣਾ, ਦਰਵਾਜ਼ਾ ਬੰਦ ਕਰਨਾ। ਮਨ ਫਿਰ ਬੇਚੈਨ ਹੋਇਆ, ਫਿਰ ਦਰਵਾਜ਼ਾ ਖੋਲਿਆ, ਫਿਰ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰੇ। ਬਹੁਤ ਵਾਰੀ ਇਸ ਤਰ੍ਹਾਂ ਕਰਨਾ। ਮਨ ਨਹੀਂ ਸੀ ਲੱਗਦਾ, ਦਿਲ ਨਹੀਂ ਸੀ ਕਰਦਾ ਕਿ ਗੁਰੂ ਤੋਂ ਦੂਰ ਹੋ ਜਾਵਾਂ। ਫਿਰ ਸੰਗਤ ਨੇ ਬੇਨਤੀ ਕਰਨੀ, ਬਾਬਾ ਜੀ ਸਤਿਗੁਰਾਂ ਦੇ ਆਰਾਮ ਦਾ ਸਮਾਂ ਹੈ, ਆਰਾਮ ਕਰ ਲੈਣ ਦਿਓ। ਫਿਰ ਰੋਣ ਲੱਗ ਪੈਣਾ, ਦਰਵਾਜ਼ੇ ਦੇ ਬਾਹਰ ਬੈਠ ਜਾਣਾ, ਰੋਂਦੇ ਰਹਿਣਾ। ਰੋਂਦਿਆਂ ਰੋਂਦਿਆਂ ਕਈ ਵਾਰੀ ਉੱਥੇ ਹੀ ਅੱਖ ਲੱਗ ਜਾਣੀ। ਉੱਠਣਾ, ਫਿਰ ਇਸ਼ਨਾਨ ਕਰਕੇ ਆਉਣਾ, ਦਰਵਾਜ਼ਾ ਖੋਲ੍ਹਣਾ। ਪ੍ਰਕਾਸ਼ ਕਰਦਿਆਂ ਸਾਰ ਐਸੀ ਖੁਸ਼ੀ ਉਹਨਾਂ ਨੂੰ ਹੋਇਆ ਕਰਦੀ ਸੀ ਕਿ ਮੇਰਾ ਸਤਿਗੁਰ ਮੈਨੂੰ ਹੁਣ ਦਰਸ਼ਨ ਦੇਵੇਗਾ। ਅਸੀਂ ਜਦੋਂ ਆਖਦੇ ਹਾਂ, ਸਵੇਰੇ ਸਵੇਰੇ ਜਦੋਂ ਅਰਦਾਸ ਕਰਦੇ ਹਾਂ, ਸੋ ਕਹੋ ਟਲ ਗੁਰ ਸੇਵੀਏ ਆਹਨ ਸਹਿਜ ਸੁਭਾਏ, ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੋ। ਯਕੀਨ ਜਾਣੋ ਸਾਡੇ ਅੰਦਰ ਵੈਸੀ ਭਾਵਨਾ ਹੁੰਦੀ ਨਹੀਂ। ਅਸੀਂ ਕਹਿਣ ਨੂੰ ਕਹਿ ਦਿੰਦੇ ਹਾਂ, ਇਹ ਕੇਵਲ ਸਾਡੀ ਜ਼ਬਾਨ ਤੇ ਹੈ, ਪਰ ਜਿਨ੍ਹਾਂ ਨੂੰ ਪਿਆਰ ਹੈ ਨਾ, ਉਹ ਇਸ ਸ਼ਬਦ ਨੂੰ ਗਾਉਂਦਿਆਂ ਗਾਉਂਦਿਆਂ ਰੋਣ ਲੱਗ ਪੈਂਦੇ ਨੇ। ਉਹਨਾਂ ਨੂੰ ਸਾਰੀ ਰਾਤ ਦਾ ਵਿਛੋੜਾ ਵੀ ਸਹਿਨ ਨਹੀਂ ਹੁੰਦਾ। ਬੇਸ਼ੱਕ ਰਾਤ ਨੂੰ 10 ਵਜੇ ਗਏ ਨੇ ਸੁਖਾਸਨ ਕਰਕੇ, ਦਰਸ਼ਨ ਦਿਦਾਰੇ ਕਰਕੇ, ਉਹ ਸਵੇਰੇ 4 ਵਜੇ ਤੱਕ ਵੀ ਨਹੀਂ ਰਹਿ ਪਾਉਂਦੇ। ਉਹਨਾਂ ਨੂੰ ਫਿਰ ਦਰਸ਼ਨ ਕਰਨੇ ਨੇ। ਮਨ ਖਾਲੀ ਖਾਲੀ ਲੱਗਦਾ ਹੈ। ਸਭ ਕੁਝ ਹੁੰਦਿਆਂ ਵੀ ਆਪਣੇ ਆਪ ਨੂੰ ਕੰਗਾਲ ਮਹਿਸੂਸ ਕਰ ਸਕਦੇ ਨੇ, ਕਿਉਂਕਿ ਉਹਨਾਂ ਦੀ ਝੋਲੀ ਉਸੇ ਤਰ੍ਹਾਂ ਹੈ ਕਿ ਜਦ ਤੱਕ ਤੂੰ ਸਾਹਮਣੇ ਹੈ ਤੇ ਭਰੀ ਭਰੀ ਲੱਗਦੀ ਹੈ, ਤੇਰੇ ਦੂਰ ਜਾਂਦੇ ਐਵੇਂ ਖਾਲੀ ਹੋ ਜਾਂਦਾ। ਧਰਮਾਂ ਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕੇ ਵਾਰ। ਐਸੀ ਅਰਦਾਸ ਕਰਦੇ ਨੇ। ਸੱਚ ਕਹਿਨ ਅਰਦਾਸ ਸੇ ਵਿਚਾਰੀਆ। ਉਹ ਵਿਚਾਰੇ ਵਾਂਗੂ ਅਰਦਾਸ ਕਰਦੇ ਨੇ, ਮਾਲਕਾ ਕਿਰਪਾ ਕਰ, ਮੈਂ ਕਿੱਥੇ ਜਾਵਾਂ। ਜਦਕਿ ਦੁਨੀਆ ਨੂੰ ਲੱਗਦਾ ਹੈ ਪਿਆਰਿਓ ਕਿ ਸੰਤ ਤੇ ਰੱਬ ਨਾਲ ਮਿਲੇ ਹੋਏ ਨੇ, ਸੰਤ ਤੇ ਪਰਮਾਤਮਾ ਨਾਲ ਇਕਮਿਕ ਹੋਏ ਨੇ।
पर परमात्मा विच ते संत विच एक बड़ा बारीक जा फर्क है। संत उस वेले तक ही संत है जब तक उसकी याद विच जुड़िया है। जो एक पल्ले भी टुट जाए ना तो संत अपने आप को खाली खाली महसूस करता है। पता नहीं मैं सही हाँ कि नहीं, मेरे बोल सही ने कि नहीं। संत अपने आप को इंज महसूस करते हैं जिस तरह बिना तले दी बाल्टी जब तक पानी विच है वह भरी भरी लगती है, ज्यों ही उसनों खूह तो बाहर खिंचते ने वो खाली खाली नजर आती है। ताही ते भगत जिन्ना सास गिरास न विसरै हर नामा मन मंत। वो एक पल नहीं भी जो उसनों विसर जान ना, उन्होंने लगता है मेरे अंदर कुछ रहा ही नहीं, मैं खाली हो गया, मैं कंगाल हो गया। एक कारोबारी वांगू समझिए ना जेकर संत नूं ते इंज समझो भी कारोबारी एक दिन विच कंगाल हो गया होवे। संत भी अपने आप को कंगाल महसूस करता है कदों, जदों सिमरन तो एक पल्ले भी टुट जाए, एक घड़ी ना मिलते ता कल जगूता। क्यों? क्योंकि तेरे बिना मैं इंज हाँ जिवें बिना पैंदे दी बाल्टी, उहदे विच पानी टिकदा ही नहीं। मैं तेरे नाल तां जुड़ना चाहना था कि मैं तैनूं अपने अंदर रख सकां। ते सिमरन ही वो तरीका है प्यारिओ कि जिस नाल रब नूं अपने अंदर टिकाया जा सके। असीं थोड़ा बहुत सिमरन करते हैं क्योंकि असीं सिर्फ गुजारा चलाना चाहते हैं। संत दे सवास चलते ने उहदे नाल, दम दम सदा संभाली है, दम ना बिरथा जाए। साडे लिए सिर्फ पंक्ति है, संत दे जीवन का आधार है। ऐसे वो संत अपने आप को महसूस करते हैं। सच कहन अरदास सेवे चारिया, सोहन खसमै पास हुक्म सिधारिया। वो अपने आप को परमात्मा दे नाल महसूस करते हैं जदों उसनूं पुकारते हैं, जदों उसनूं जपते हैं। सोहन खसमै पास, उस पाक परवरदिगार परमात्मा की हजूरी विच अपने आप को पाते हैं वो जदों उसनूं चेते करते हैं। तो मालक उत्थे तक पहुँचा किवें जाए, वो किवें उत्थे तक पहुँचे? हुक्म सिधारिया, सिधारिया पहुँच गए ने उत्थे तक। आपां कहने स्वर्ग सिधार गए, स्वर्ग तो खैर कौन सिधार सकता है, पर वो जो उसनूं चेते करते हैं वो सिधार जाते हैं। उन्हां दी जिंदगी जिउंदे जी स्वर्ग विच है, क्योंकि खसम कोल है, मालिक कोल है। दो जहाना दा मालिक जिस दे हथ विच सारी बादशाहियां पातशाहियां ने, जो कोल होवे उस दे कोल होंदियां ही ते स्वर्ग हो सकता है। हुक्म सिधारियां, उन्होंने हुक्म मनना आ गया, हुक्म कबूल करना आ गया। हुक्म नूं कबूल करदियां ही वो खसम दे कोल पहुँच गए। साहिब कहंदे ने सखी कहन अरदास मन हो प्यारियां। वो अरदास करदियां ने, वो सखियां अपने मन तो उसनों प्यार करदियां ने, उस पाक परवरदिगार परमात्मा नूं। साहिब कहंदे ने ये ते उन्हां दी जिंदगी है। एक वो लोग जो परमात्मा दे नाल जींदे ने, वो जिउंदे जी स्वर्ग विच ने, वो उस दे कोल बैठदे ने, वो महलां विच वसदे ने, वो सुखी वसदे ने। उन्हां दी जिंदगी स्वर्ग है, उन्हां दी जिंदगी जन्नत है। हुण दूसरे लोकां दी गल साहिब करदे ने, बिन नावै त्रिगवास फिट सो जीविया। किथे स्वर्ग है, किथे नरक है, इतना ही फर्क है प्यारे। दुनिया की दौड़ विच, दौलत की इस रेस विच असी बहुत अगे निकल गए हाँ, पर जरा पिछे मुड़ के देखिए कि पिछे कुछ रह तो नहीं गया। किते अपने आप तन असी पिछे छड्ड आए, किते परमात्मा की याद ते पिछे नहीं रह गई। जिंदगी में सानू ये सब कुछ बहुत ज़रूरी लगता है, पर प्यारे उस परमात्मा नूं भी शामिल करिए। जिथे दुनिया भी शिंगार करते हाँ, उत्थे उसके प्रेम नूं भी मन विच वसाइए, उसनूं मन विच वसाइए। नहीं तो साहिब कहंदे ने जब तक नाम तेरे अंदर नहीं है ना, तेरा इस धरती ते रहना ते कारजोग है। लख लानतां ने उसकी जिंदगी नूं जिसकी जिंदगी विच मालक तू शामिल नहीं है। फिट सो जीविया, वो जीविया भी उसका
ਲਾਨਤਾਂ ਜੋਗੇ ਹੈ, ਉਸ ਦਾ ਮਰਨ ਵੀ ਲਾਨਤਾਂ ਜੋਗੇ ਹੈ। ਸਾਹਿਬ ਕਹਿੰਦੇ ਨੇ ਸ਼ਬਦ ਸਵਾਰੀ ਆਸ ਅੰਮ੍ਰਿਤ ਪੀਵਿਆ। ਜੇਕਰ ਚਾਹੁੰਦੇ ਹੋ ਕਿ ਜ਼ਿੰਦਗੀ ਵਿੱਚ ਕੋਈ ਸਵਾਦ ਆਵੇ, ਜ਼ਿੰਦਗੀ ਵਿੱਚ ਕੋਈ ਰਸ ਆਵੇ, ਜ਼ਿੰਦਗੀ ਨੂੰ ਕੋਈ ਮੰਜ਼ਿਲ ਕੋਈ ਮੁਕਾਮ ਮਿਲੇ, ਤੇ ਸ਼ਬਦ ਦੇ ਜ਼ਰੀਏ ਸੰਵਾਰਿਆ ਜਾ ਸਕਦਾ ਹੈ। ਅੰਮ੍ਰਿਤ ਪੀਵਿਆ, ਉਸ ਸ਼ਬਦ ਨੂੰ ਮਨ ਵਿੱਚ ਵਸਾਈਏ, ਉਸ ਦੀ ਇੱਕ ਇੱਕ ਘੁੱਟ ਫਿਰ ਅੰਮ੍ਰਿਤ ਵਾਂਗੂ ਲੱਗੇਗੀ। ਅਸੀਂ ਸ਼ਬਦ ਗੁਰੂ ਦਾ ਪ੍ਰਕਾਸ਼ ਮਨਾ ਰਹੇ ਹਾਂ, ਅਸੀਂ ਸ਼ਬਦ ਦੇ ਪੁਜਾਰੀ ਹਾਂ। ਗੁਰੂ ਕਿਰਪਾ ਕਰੇ ਸਾਡੇ ਅੰਦਰ ਸ਼ਬਦ ਵਸ ਜਾਏ, ਸਾਡੀ ਜ਼ਿੰਦਗੀ ਸੰਵਰ ਜਾਏ, ਅਸੀਂ ਉਸ ਦੇ ਹੋ ਜਾਈਏ, ਉਹ ਸਾਡਾ ਹੋ ਜਾਏ। ਇਸ ਦੇ ਲਈ ਜ਼ਰੂਰੀ ਹੈ ਕਿ ਸਿਮਰਨ ਨੂੰ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਬਣਾਇਆ ਜਾਏ। ਆਓ ਉਸ ਦੀ ਸ਼ੁਰੂਆਤ ਕਰੀਏ। ਵਾਹਿਗੁਰੂ ਵਾਹਿਗੁਰੂ। ਸਾਡੀ ਜ਼ਿੰਦਗੀ ਵਿੱਚ ਹਰ ਕੰਮ ਲਈ ਸਮਾਂ ਨਿਕਲ ਆਉਂਦਾ ਹੈ। ਸਾਡੇ ਸਵੇਰੇ ਆਫਿਸ ਜਾਣ ਦਾ ਸਮਾਂ ਫਿਕਸ ਹੈ, ਬੱਚਿਆਂ ਦੇ ਸਕੂਲ ਜਾਣ ਦਾ ਸਮਾਂ ਫਿਕਸ ਹੈ, ਸਾਡੇ ਰੋਟੀ ਖਾਣ ਦਾ ਟਾਈਮ ਟੇਬਲ ਬਣਿਆ ਹੋਇਆ ਹੈ, ਸਾਡੇ ਖੇਡਣ ਦਾ ਰੂਟੀਨ ਬਣਿਆ ਹੋਇਆ ਹੈ, ਸਾਡੀਆਂ ਮਹਿਫਿਲਾਂ ਦਾ ਟਾਈਮ ਫਿਕਸ ਹੈ, ਕਿਟੀ ਪਾਰਟੀਜ਼ ਦਾ ਟਾਈਮ ਫਿਕਸ ਹੈ। ਇਹਨਾਂ ਵਿੱਚ ਕਿਤੇ ਨਾ ਕਿਤੇ ਰੱਬ ਦੀ ਬੰਦਗੀ ਦੇ ਸਮਾਂ ਨੂੰ ਵੀ ਸ਼ਾਮਿਲ ਕਰੀਏ। ਨਹੀਂ ਤੇ ਭਾਈ ਨੰਦ ਲਾਲ ਜੀ ਮਹਾਰਾਜ ਕਹਿੰਦੇ ਨੇ ਇਹ ਜ਼ਿੰਦਗੀ ਬਿਨਾਂ ਬੰਦਗੀ ਤੋਂ ਸਿਰਫ ਗੰਦਗੀ ਹੈ। ਇਸ ਜ਼ਿੰਦਗੀ ਵਿੱਚ ਬੰਦਗੀ ਦੀ ਖੁਸ਼ਬੂ ਸ਼ਾਮਿਲ ਕਰੀਏ ਤਾਂ ਕਿ ਜਿੱਥੇ ਬੈਠੀਏ ਸਾਡੇ ਅੰਦਰੋਂ ਪਰਮਾਤਮਾ ਦੇ ਨਾਮ ਦੀ ਖੁਸ਼ਬੂ ਆਵੇ, ਉਹ ਸਾਡੀ ਜ਼ਿੰਦਗੀ ਵਿੱਚ ਸ਼ਾਮਿਲ ਹੈ ਤਾਂ ਤੇ ਜ਼ਿੰਦਗੀ ਹੈ। ਪਤਾ ਹੈ ਜਦ ਕੋਈ ਸੰਤ ਸਾਨੂੰ ਨਜ਼ਰ ਆ ਜਾਂਦਾ ਹੈ ਨਾ, ਸਾਡੇ ਵਿੱਚੋਂ ਬਹੁਤਿਆਂ ਦਾ ਦਿਲ ਕਰਦਾ ਵੀ ਸੰਤ ਦੇ ਚਰਨਾਂ ਉੱਤੇ ਮੱਥਾ ਟੇਕਿਆ ਜਾਏ, ਸੰਤ ਨੂੰ ਮੱਥਾ ਟੇਕਿਆ ਜਾਏ, ਉਸ ਦੇ ਕੋਲ 2 ਘੜੀਆਂ ਬੈਠਿਆ ਜਾਏ। ਕਿਉਂ? ਕਿਉਂਕਿ ਲੱਗਦਾ ਹੈ ਕਿ ਸੰਤ ਕੋਲ ਕੁਝ ਐਸਾ ਹੈ ਜੋ ਸਾਡੇ ਕੋਲ ਨਹੀਂ। ਦੁਨੀਆ ਦਾ ਵੱਡੇ ਤੋਂ ਵੱਡਾ ਅਮੀਰ ਵੀ ਨਾ ਕਿਸੇ ਸੰਤ ਸਾਹਮਣੇ ਬਿਲਕੁਲ ਕੰਗਾਲ ਜਾਂ ਫਕੀਰ ਹੀ ਲੱਗਦਾ ਹੈ। ਉਸ ਦੀ ਜ਼ਿੰਦਗੀ ਵਿੱਚ ਬਹੁਤ ਕੁਝ ਹੈ ਪਰ ਖੁਸ਼ੀ ਸ਼ਾਮਿਲ ਨਹੀਂ ਹੈ। ਮੈਂ ਅਕਸਰ ਕਹਿਣਾ ਪਿਆਰਿਓ, ਖੁਸ਼ੀ ਕੇਵਲ ਉਸ ਸੁਖਦਾਤੇ ਨੂੰ ਮਨ ਵਿੱਚ ਵਸਾਇਆ ਮਿਲੇਗੀ। ਜਦ ਤੱਕ ਉਹ ਸੁਖਦਾਤਾ ਮਨ ਵਿੱਚ ਨਹੀਂ ਵਸੇਗਾ, ਸੁਖਦਾਤਾ ਸਤਿਗੁਰ ਹੈ। ਇੱਛਾ ਪੂਰਕ ਸਰਬ ਸੁਖਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਜੇਕਰ ਸੁੱਖਾਂ ਨੂੰ ਚਾਹਨਾ ਹੈ, ਦੁੱਖਾਂ ਨੂੰ ਆਪਣੀ ਜ਼ਿੰਦਗੀ ਵਿੱਚੋਂ ਵਿਦਾ ਕਰਨਾ ਚਾਹਨਾ ਹੈ, ਤਾਂ ਉਸ ਪਰਮਾਤਮਾ ਨੂੰ ਆਪਣੀ ਜ਼ਿੰਦਗੀ ਵਿੱਚ ਸ਼ਾਮਿਲ ਕਰ।